ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਸ੍ਰੀ ਵਾਹਿਗੁਰੂ ਜੀ। ਸ਼ਲੋਕ ਮਰਦਾਨਾ ਪਹਿਲਾ। ਕਲ ਕਲਵਾਲੀ ਕਾਮ ਮਦ, ਮਨੁਆ ਪੀਵਨਹਾਰ। ਕ੍ਰੋਧ ਕਟੋਰੀ ਮੋਹਿ ਭਰੀ, ਪੀ ਲਾਵਾ ਅਹੰਕਾਰ। ਮਜਲਸ ਕੂੜੇ ਲੱਭ ਕੀ, ਪੀ ਪੀ ਹੋਏ ਖੁਆਰ। ਕਰਨੀ ਲਾਹਣ ਸਤ ਗੁੜ, ਸੱਚ ਸਰਾ ਕਰ ਸਾਰ। ਗੁਣ ਮੰਡੇ ਕਰ ਸੀਲ ਘਿਓ, ਸਰਮ ਮਾਸ ਆਹਾਰ। ਗੁਰਮੁਖ ਪਾਈਐ ਨਾਨਕਾ, ਖਾਧੈ ਜਾਹੇ ਬਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਜਿਨ ਕੇ ਭਾਗ ਬੜੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ 'ਚ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੈ। ਪਾਵਨ ਗੁਰਬਾਣੀ ਦੇ ਨਿਤਨੇਮ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਜੋੜੀਏ। ਭਾਈ ਮਰਦਾਨਾ ਜੀ ਪ੍ਰਥਾਏ ਜੋ ਇਹ 3 ਸ਼ਲੋਕ ਮਹਾਰਾਜ ਨੇ ਉਚਾਰਨ ਕੀਤੇ ਹਨ, ਝੂਠੀ ਅਤੇ ਸੱਚੀ ਸ਼ਰਾਬ ਦਾ ਜ਼ਿਕਰ ਕੀਤਾ ਹੈ। ਇੱਕ ਉਹ ਸ਼ਰਾਬ ਹੈ ਜਿਹੜੀ ਠੇਕਿਆਂ ਤੋਂ ਮਿਲਦੀ ਹੈ ਜਾਂ ਕਲਾਲਾਂ ਦੇ ਘਰਾਂ ਵਿੱਚ ਬਣਦੀ ਹੈ, ਔਰ ਉਹ ਸ਼ਰਾਬ ਪੀ ਕੇ ਲੋਕ ਜਿਹੜੇ ਹਨ ਕੁਝ ਸਮੇਂ ਲਈ ਆਪਣੇ ਆਪ ਨੂੰ ਭੁੱਲਦੇ ਹਨ, ਪਰ ਉਹ ਥੋੜ੍ਹੇ ਸਮੇਂ ਦਾ ਨਸ਼ਾ ਬਹੁਤ ਲੰਮੇ ਸਮੇਂ ਦੀਆਂ ਬਿਮਾਰੀਆਂ ਅਤੇ ਰੋਗ ਦੇ ਜਾਂਦਾ ਹੈ। ਸ਼ਰਾਬ ਖਾਨਾ ਖਰਾਬ, ਇਹ ਜਿਹੜੀ ਕਹਾਵਤ ਪੰਜਾਬੀ 'ਚ ਪ੍ਰਚਲਿਤ ਹੈ, ਸ਼ਰਾਬ ਪੀਣ ਵਾਲਿਆਂ ਦੀ ਜ਼ਿਆਦਾਤਰ ਦੁਰਦਸ਼ਾ ਹੀ ਦੇਖੀ ਜਾਂਦੀ ਹੈ। ਸੋ ਉਹ ਸ਼ਰਾਬ ਤੋਂ ਇਲਾਵਾ ਇੱਕ ਅੰਤਰੀਵੀ ਸ਼ਰਾਬ ਹੈ, ਜਿਹੜੀ ਵੀ ਸੰਸਾਰ ਦੇ ਲੋਕ ਪੀ ਕੇ ਮਤਵਾਲੇ ਹੋਏ ਹਨ। ਉਹ ਕਿਹੜੀ ਹੈ? ਕਲ ਕਲਵਾਲੀ। ਜੋ ਕਲਯੁਗ ਦਾ ਸਮਾਂ ਹੈ, ਇਹ ਸਮਝੋ ਕਲਾਲਣ ਹੈ, ਕਿਉਂਕਿ ਕਲਯੁਗ ਨੇ ਸਾਰਿਆਂ ਨੂੰ ਹੀ ਆਪਣਾ ਪ੍ਰਭਾਵ ਵੰਡਿਆ ਹੈ। ਕੋਈ ਤੀਰਥ, ਕੋਈ ਜਗ੍ਹਾ, ਕੋਈ ਮੰਦਰ, ਕੋਈ ਗੁਰਦੁਆਰਾ, ਕੋਈ ਦੇਸ਼, ਕੋਈ ਸੰਪਰਦਾਇ, ਕੋਈ ਜਮਾਤ, ਕੋਈ ਮਜ਼ਹਬ, ਕੋਈ ਫਿਰਕਾ ਨਹੀਂ ਛੱਡਿਆ ਜਿਸ ਉੱਤੇ ਕਲਯੁਗ ਨੇ ਆਪਣਾ ਪ੍ਰਭਾਵ ਨਹੀਂ ਪਾਇਆ। ਪ੍ਰਬੋਧ ਚੰਦਰ ਨਾਟਕ ਵਿੱਚ ਸ਼੍ਰੀਮਾਨ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਬੜੇ ਸੁੰਦਰ ਢੰਗ ਦੇ ਨਾਲ ਕਲਯੁਗ ਦਾ ਵਰਣਨ ਕਰ ਚੁੱਕੇ ਹਨ। ਜੇ ਦੇਖਣਾ ਹੋਵੇ ਪ੍ਰਬੋਧ ਚੰਦਰ ਨਾਟਕ 'ਚ ਦੇਖ ਸਕਦੇ ਹਾਂ। ਸੋ ਕਲਯੁਗ ਕੀ ਹੈ, ਕਿਸ ਤਰ੍ਹਾਂ ਲੋਕਾਂ ਉੱਤੇ ਆਪਣਾ ਪ੍ਰਭਾਵ ਪਾਉਂਦਾ ਹੈ, ਸਾਰਿਆਂ ਸਥਾਨਾਂ ਉੱਤੇ ਆਪਣਾ ਕਬਜ਼ਾ ਕਰੀ ਬੈਠਾ ਹੈ। ਇਸ ਕਰਕੇ ਸਾਹਿਬ ਜੀ ਨੇ ਕਲ ਕਲਵਾਲੀ ਕਿਹਾ ਹੈ। ਅਤੇ ਸ਼ਰਾਬ ਕਿਹੜੀ ਪਿਆਈ ਹੈ? ਕਾਮ ਮਦ। ਕਾਮ ਵਾਸ਼ਨਾ ਦਾ ਇਹ ਨਸ਼ਾ ਪਸ਼ੂਆਂ ਪੰਛੀਆਂ ਕੀੜਿਆਂ ਮਕੌੜਿਆਂ ਤੱਕ ਵੀ ਦਿੱਤਾ ਹੈ। ਮਨੁੱਖਾਂ ਨੂੰ ਤਾਂ ਬਹੁਤ ਕਰਕੇ, ਕਿਉਂਕਿ ਮਨ ਪ੍ਰਧਾਨ ਜੀਵ ਹੈ ਮਨੁੱਖ, ਅਤੇ ਮਨ ਨੂੰ ਹਮੇਸ਼ਾ ਕਾਮ ਵਾਸ਼ਨਾ ਦਾ ਨਸ਼ਾ ਰਹਿੰਦਾ ਹੀ ਰਹਿੰਦਾ ਹੈ। ਕਾਮ ਦੇ ਬਹੁਤ ਸਾਰੇ ਨਾਮ ਐਸੇ ਹੀ ਰੱਖੇ ਗਏ ਨੇ, ਜਿਵੇਂ ਮਨੋਜ, ਮਨ ਦਾ ਓਜ, ਮਨ ਦੀ ਸੈਂਟਰਲ ਪਾਵਰ। ਜਦੋਂ ਮਨ ਆਪਣੀ ਮਸਤੀ ਵਿੱਚ ਆਉਂਦਾ ਹੈ ਤਾਂ ਉਹ ਕਾਮੀ ਹੀ ਬਣਦਾ ਹੈ। ਦੂਸਰਾ ਇਹਦਾ ਅਰਥ ਹੈ, ਇੱਕ ਸ਼ਬਦ ਇਹਦੇ ਵਾਸਤੇ ਮਨ ਮੱਥ।
ਕਾਮ ਨੂੰ ਮਨਮੱਥ ਕਹਿੰਦੇ, ਜਿਹੜਾ ਮਨ ਨੂੰ ਮੰਥਨ ਕਰ ਦਿੰਦਾ ਹੈ, ਰਿੜਕ ਕੇ ਰੱਖ ਦਿੰਦਾ, ਜਿਵੇਂ ਦਹੀਂ ਨੂੰ ਮਧਾਣੀ ਰਿੜਕ ਦਿੰਦੀ ਹੈ, ਇੱਦਾਂ ਮਨ ਨੂੰ ਰਿੜਕ ਕੇ ਉਹਦੇ ਵਿੱਚੋਂ ਜੋ ਤੱਤ ਨਿਕਲਦਾ ਹੈ ਉਹ ਕਾਮ ਹੀ ਹੈ, ਉਹ ਇੱਕ ਨਸ਼ਾ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਕਾਮ ਮਦ ਮਨੁਆ ਪੀਵਣ ਹਾਰ, ਅਤੇ ਮਨ ਇਸ ਨੂੰ ਪੀਣ ਵਾਲਾ ਹੈ, ਇਸ ਨਸ਼ੇ ਨੂੰ। ਕ੍ਰੋਧ ਦੀ ਕਟੋਰੀ ਹੈ, ਮੋਹੇ ਭਰੀ, ਮੋਹ ਦੇ ਦੁਆਰਾ ਭਰੀ ਗਈ ਹੈ, ਕਿਉਂਕਿ ਮੋਹ ਇਸ ਸ੍ਰਿਸ਼ਟੀ ਦਾ ਸਭ ਤੋਂ ਵੱਡਾ ਰਾਜਾ ਮੰਨਿਆ ਗਿਆ ਹੈ। ਦੋ ਰਾਜੇ ਹਨ, ਇੱਕ ਵਿਵੇਕ ਹੈ, ਇੱਕ ਮੋਹ ਹੈ। ਇਹਨਾਂ ਦੀ ਜੰਗ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਬਾਣੀ ਪਾਰਸਨਾਥ ਦੇ ਜੰਗ ਦੇ ਵਿੱਚ, ਪਾਰਸਨਾਥ ਦੀ ਕਥਾ ਦੇ ਵਿੱਚ ਬਿਆਨ ਕੀਤੀ ਹੈ। ਉਹੀ ਕਥਾ ਸ਼੍ਰੀਮਾਨ ਪੰਡਿਤ ਗੁਲਾਬ ਸਿੰਘ ਜੀ ਨਿਰਮਲੇ ਮਹਾਂਪੁਰਸ਼ਾਂ ਨੇ ਪ੍ਰਬੋਧ ਚੰਦਰ ਨਾਟਕ ਦੇ ਵਿੱਚ ਬਿਆਨ ਕੀਤੀ ਹੈ। ਸੋ ਸਾਧ ਸੰਗਤ ਜੀ, ਉਹ ਮੋਹ ਦਾ ਇੱਥੇ ਬਹੁਤ ਵੱਡਾ ਬੋਲਬਾਲਾ ਹੈ। ਪੀ ਲਾਵਾ ਹੰਕਾਰ, ਪਿਆਣ ਵਾਲਾ ਹੰਕਾਰ ਹੈ, ਕਿਉਂਕਿ ਮੈਂ ਕਰਕੇ ਹੀ ਸਾਰੀ ਕਿਰਿਆ ਚੱਲਦੀ ਹੈ। ਉਹ ਮੈਂ ਕਰਕੇ ਸਾਰੇ ਪਾਪ ਪੁੰਨ, ਚੰਗੇ ਮਾੜੇ ਵਿਚਾਰ ਵਿਹਾਰ, ਲੈਣ ਦੇਣ, ਜਿਵੇਂ ਸ੍ਰੀ ਆਸਾ ਜੀ ਵਾਰ ਵਿੱਚ ਆਉਂਦਾ, ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਹਉ ਵਿੱਚ ਖੱਟਿਆ ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ। ਸਾਰਾ ਕੁਝ ਮੈਂ ਕਰਕੇ ਕਿਰਿਆ ਚੱਲਦੀ ਹੈ। ਸੋ ਇੱਥੇ ਪੀ ਲਾਵਾ ਹੰਕਾਰ ਕਹਿੰਦੇ ਪਿਲਾਉਣ ਵਾਲਾ ਹੰਕਾਰ ਹੈ। ਮਜਲਸ ਕੂੜੇ ਲੱਭ ਕੀ, ਪੀ ਪੀ ਹੋਏ ਖੁਆਰ, ਝੂਠੇ ਲੋਭ ਦੀ ਮਜਲਸ ਲੱਗੀ ਹੋਈ ਹੈ। ਪੀ ਪੀ ਕੇ ਜੀਵ ਖੁਆਰ ਹੋ ਰਹੇ ਨੇ। ਭਾਈ ਮਰਦਾਨਾ ਜੀ ਨੇ ਫਿਰ ਪੁੱਛਿਆ, ਗਰੀਬ ਨਵਾਜ, ਇਹ ਸ਼ਰਾਬ ਤਾਂ ਸੰਸਾਰੀ ਲੋਕਾਂ ਨੇ ਪੀਤੀ ਹੈ, ਜਿਹੜੀ ਪਰਮਾਰਥ ਦੀ ਸ਼ਰਾਬ ਹੈ, ਜਿਸ ਨੂੰ ਪੀ ਕੇ ਸੱਚਾ ਸਰੂਰ ਆਉਂਦਾ ਹੈ, ਆਪਣੀ ਆਤਮਾ ਦਾ ਅਨੁਭਵ ਹੁੰਦਾ ਹੈ, ਸਰੂਪ ਦੀ ਗਿਆਤ ਹੁੰਦੀ ਹੈ, ਉਹ ਕਿਹੜੀ ਸ਼ਰਾਬ ਹੈ? ਤਾਂ ਸਾਹਿਬ ਜੀ ਅੱਗੇ ਦੱਸਦੇ ਹਨ। ਆਓ ਅੱਜ ਦੇ ਪ੍ਰਕਰਣ ਵਿੱਚ ਆਪਾਂ ਸਰਵਣ ਕਰੀਏ, ਕਿਉਂਕਿ 3 ਪੰਕਤੀਆਂ ਦੀ ਵਿਚਾਰ ਪਹਿਲਾਂ ਵੀ ਹੋ ਚੁੱਕੀ ਹੈ। ਅੱਜ ਜੋ ਲੜੀਵਾਰ ਕਥਾ ਦਾ ਅਗਲਾ ਸਟੈਪ ਹੈ, ਅਗਲਾ ਆਪਾਂ ਸਰਵਣ ਕਰੀਏ। ਪ੍ਰੇਮ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਵਾਹਿਗੁਰੂ ਸਾਹਿਬ ਜੀ। ਕਰਨੀ ਲਾਹਣ ਸਤ ਗੁੜ, ਸੱਚ ਸਰਾ ਕਰਸਾਰ। ਸ਼ਰਾਬ ਬਣਾਉਣ ਵਾਸਤੇ ਲਾਹਣ ਦੀ ਲੋੜ ਪੈਂਦੀ ਹੈ। ਉਹ ਲਾਹਣ ਲੋਕ ਮਟਕੇ ਵਿੱਚ ਪਾ ਕੇ, ਜਿਹਦੇ ਵਿੱਚ ਕਿੱਕਰ ਦਾ ਸੱਕ ਵਗੈਰਾ ਪਾ ਦਿੰਦੇ ਨੇ, ਗੁੜ ਪਾ ਦਿੰਦੇ ਨੇ, ਸੰਤਰੇ ਵਗੈਰਾ, ਇਲਾਚੀਆਂ, ਜੋ ਵੀ ਕਿਸੇ ਨੇ ਜਿੱਦਾਂ ਦਾ ਸਵਾਦ ਬਣਾਉਣਾ ਹੋਵੇ ਉਹ ਉਹਦੇ ਵਿੱਚ ਪਾ ਲੈਂਦੇ ਆ। ਗਿਆਨੀ ਵਰਿਆਮ ਸਿੰਘ ਜੀ ਹੱਸਦੇ ਆ, ਜਿਵੇਂ ਅਸੀਂ ਭੱਠੀ ਲਾਈ ਹੁੰਦੀ ਹੈ। ਪਰ ਇਹ ਹੈ ਵੀ ਜੇ ਗੁਰਬਾਣੀ ਦੀ ਕਥਾ ਕਰਨੀ ਹੈ ਨਾ, ਫਿਰ ਸਾਰੇ ਤਜਰਬੇ ਕਰਨੇ ਪੈਂਦੇ ਹੈ। ਭਾਵੇਂ ਕਰੀਏ ਭਾਵੇਂ ਵੇਖੀਏ, ਬਿਨਾਂ ਵੇਖੇ ਕਰੇ ਤੋਂ ਅਨੁਭਵ ਨਹੀਂ ਹੁੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਾਈ ਗੁਰਦਾਸ ਜੀ ਨੇ ਵੀ ਆਪਣੀ ਬਾਣੀ ਵਿੱਚ ਵੀ ਲਿਖਿਆ ਹੈ, ਅਤੇ ਸਤਿਗੁਰੂ ਜੀ ਦੀ ਬਾਣੀ, ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਕਈ ਜਗ੍ਹਾ 'ਤੇ ਜ਼ਿਕਰ ਆਉਂਦਾ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਣੀ ਕਸ ਪਾਈਐ, ਪਾਠੀ ਪਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੇ ਪਾਠੀ ਗਗਨ ਸਿੰਘੀਆ, ਰਚੁੰਗੀਆ ਕਨਕ ਕਲਸ ਇੱਕ ਪਾਇਆ, ਤਿਸ ਮੈਂ ਧਾਰ ਚੂਐ, ਅਤ ਨਿਰਮਲ ਰਸ ਮੈਂ ਰਸਨ ਚੁਆਇਆ। ਇੱਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ, ਤੀਨ ਭਵਨ ਮੈਂ ਏਕੋ ਜੋਗੀ, ਕਹੋ ਕਵਣ ਹੈ ਰਾਜਾ। ਸੋ ਇਸ ਪ੍ਰਕਾਰ ਹੋਰ ਵੀ ਬਹੁਤ ਸਾਰੇ ਸ਼ਬਦਾਂ ਵਿੱਚ ਇਸ ਨੁਸਖੇ ਦਾ ਜ਼ਿਕਰ ਕੀਤਾ ਹੋਇਆ ਹੈ। ਕਿਉਂਕਿ ਜਿਹੜੀ ਚੀਜ਼ ਨੂੰ ਸੰਸਾਰ ਸਮਝਦਾ ਹੋਵੇ, ਮਹਾਂਪੁਰਸ਼ ਉਹੀ ਸਮਝਾਉਂਦੇ ਹਨ। ਗੁਰੂ ਦਾ ਕੀ ਕੰਮ ਹੈ ਵੀ ਜੋ ਬੰਦਾ ਸਮਝ ਸਕਦਾ ਹੈ, ਉੱਥੋਂ ਉਹਦੀ ਸਮਝ ਨੂੰ ਚੁੱਕਣਾ। ਜੇ ਮੰਨ ਲਓ
ਕੋਈ ਬੱਚਾ 5ਵੀਂ ਪੜ੍ਹਿਆ ਹੋਇਆ ਤਾਂ ਉਹ ਸਕੂਲ ਵਿੱਚ ਜਾਏਗਾ ਤਾਂ ਉਹਦਾ ਟੈਸਟ ਹੋਏਗਾ। ਜੇ ਉਹ 5ਵੀਂ ਤੱਕ ਪੜ੍ਹਿਆ ਤਾਂ ਉਹਨੂੰ 6ਵੀਂ ਦੀ ਕਲਾਸ ਵਿੱਚ ਲਿਆ ਜਾ ਸਕਦਾ। ਅਤੇ ਜੇ ਉਹ 5ਵੀਂ ਵੀ ਨਹੀਂ ਜਾਣਦਾ ਫਿਰ ਉਹਨੂੰ ਊੜੇ ਆੜੇ ਤੋਂ ਸ਼ੁਰੂ ਕਰਾਵਾਂਗੇ। ਇਸੇ ਤਰ੍ਹਾਂ ਹੀ ਜੋ ਸਮਾਜ ਜਿੱਥੇ ਖੜ੍ਹਾ ਸੀ, ਸਮਾਜ ਖੜ੍ਹਾ ਸੀ ਇਸਤਰੀ 'ਤੇ, ਸਮਾਜ ਖੜ੍ਹਾ ਸੀ ਸੁਰਾ ਔਰ ਸੁੰਦਰੀ 'ਤੇ, ਕੰਚਨ ਔਰ ਕਾਇਆ 'ਤੇ। ਕਿਉਂਕਿ ਸੋਨਾ ਜਿਹਨੂੰ ਆਪਾਂ ਜਰ ਕਹਿ ਸਕਦੇ ਹਾਂ, ਪ੍ਰੋਪਰਟੀ, ਧਨ ਦੌਲਤ, ਮਾਇਆ, ਜਾਂ ਤਾਂ ਸਮਾਜ ਦੀ ਸੋਚ ਉੱਥੋਂ ਤੱਕ ਹੈ, ਜਾਂ ਫਿਰ ਇਸਤਰੀ ਤੱਕ ਹੈ। ਸੁੰਦਰ ਇਸਤਰੀ ਹੋਵੇ, ਵਿਸ਼ੇ ਭੋਗਾਂ ਨੂੰ ਭੋਗਣਾ, ਅਤੇ ਜਾਂ ਫਿਰ ਕਿਸੇ ਸਰੂਰ ਵਿੱਚ ਨਸ਼ੇ ਵਿੱਚ ਰਹਿਣਾ। ਗੁਰੂ ਸਾਹਿਬਾਂ ਨੇ ਉਹੀ ਜਿਹੜੇ ਮਨੁੱਖ ਦੀਆਂ ਕਮਜ਼ੋਰੀਆਂ ਸਨ, ਉਹੀ ਮਨੁੱਖ ਦੀਆਂ ਖੂਬੀਆਂ ਬਣਾ ਤੀਆਂ, ਉਸ ਨੂੰ ਦੂਜੀ ਦਿਸ਼ਾ ਦੇ ਦਿੱਤੀ। ਇਸਤਰੀ ਪੁਰਸ਼ ਦੇ ਪਿਆਰ 'ਚੋਂ ਜਿੰਨੀ ਮਹਾਰਾਜ ਸੱਚੇ ਪਾਤਸ਼ਾਹ ਨੇ ਅਨੁਭਵਤਾ ਲਈ ਹੈ, ਆਪਣੀ ਬਾਣੀ ਦੇ ਵਿੱਚ ਸਾਰੀ ਉਹ ਬਿਆਨ ਕਰ ਦਿੱਤੀ ਹੈ। ਸੂਹਬ ਸੂਹਬ ਸੂਹਬੀ ਆਪਣੇ ਪ੍ਰੀਤਮ ਕੇ ਰੰਗ ਰਤੀਰੀ, ਸੈਂਕੜੇ ਸ਼ਬਦ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਜਿਹੜੇ ਇਸਤਰੀ ਪੁਰਸ਼ ਦੇ ਪਿਆਰ ਤੋਂ ਆਤਮਾ ਅਤੇ ਪਰਮਾਤਮਾ ਦੇ ਪਿਆਰ ਤੱਕ ਲੈ ਜਾਂਦੇ ਹਨ। ਲਾਵਾਂ ਦਾ ਵੀ ਜੋ ਉਚਾਰਨ ਕੀਤਾ ਹੈ, ਉਹਦੇ ਵਿੱਚ ਦੁਨਿਆਵੀ ਤੌਰ 'ਤੇ ਪਤੀ ਪਤਨੀ ਨੂੰ ਵੀ ਉਪਦੇਸ਼ ਹੈ, ਕਿਸ ਤਰ੍ਹਾਂ ਜੀਵਨ ਵਿੱਚ ਜੀਣਾ ਹੈ, ਅਤੇ ਆਤਮਾ ਅਤੇ ਪਰਮਾਤਮਾ ਦਾ ਰਿਸ਼ਤਾ ਵੀ ਗੂੜ੍ਹਾ ਕਰ ਦਿੱਤਾ ਹੈ ਸਤਿਗੁਰੂ ਜੀ ਨੇ। ਇਸੇ ਤਰ੍ਹਾਂ ਇਹ ਸ਼ਰਾਬ ਦਾ ਜਿਹੜਾ ਨੁਸਖਾ ਹੈ, ਇਹ ਘਰ ਘਰ ਦੇ ਵਿੱਚ ਪਹਿਲਾਂ ਆਮ ਬਣਾਈ ਜਾਂਦੀ ਸੀ, ਹੁਣ ਤਾਂ ਠੇਕਿਆਂ ਤੋਂ ਲੈ ਆਉਂਦੇ ਹੈ। ਪਹਿਲਾਂ ਇਹ ਘਰਾਂ ਦੇ ਵਿੱਚ ਆਮ ਲੋਕ ਜਿਹੜੇ ਨੇ ਕੱਢ ਕੇ ਪੀਆ ਕਰਦੇ ਸਨ। ਤਾਂ ਉਸ ਵੇਲੇ ਜਿਹੜੀਆਂ ਉਹ ਚੀਜ਼ਾਂ ਵਰਤਦੇ ਸੀ, ਉਹਦੇ ਨਾਲ ਹੀ ਸਮਝਾਤਾ ਸੱਚੇ ਪਾਤਸ਼ਾਹ ਨੇ। ਕਹਿੰਦੇ ਭਾਈ ਜਿਹੜੀ ਲਾਹਣ ਪਾਣੀ ਹੈ ਉਹ ਚੰਗੀ ਕਰਨੀ ਦੀ ਪਾਓ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਅਤੇ ਨਿਤਨੇਮ ਕਰਨਾ, ਚੋਰੀ ਯਾਰੀ ਬੇਈਮਾਨੀ ਠੱਗੀ ਇਹਨਾਂ ਚੀਜ਼ਾਂ ਤੋਂ ਬਚਣਾ, ਸਤ ਸੰਤੋਖ ਦਇਆ ਧਰਮ ਆਦਿਕ ਸ਼ੁਭ ਕਰਮ ਕਰਨੇ, ਸਰਬੱਤ ਦਾ ਭਲਾ ਕਰਨਾ, ਇਹ ਜਿਹੜੀਆਂ ਚੰਗੀਆਂ ਗੱਲਾਂ ਹਨ, ਚੰਗੇ ਗੁਣ ਹਨ, ਚੰਗੀ ਕਰਨੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ, ਕਰਨੀ ਪ੍ਰਧਾਨ ਭਾਣ ਉਦਤ ਆਕਾਸ਼ ਹੈ। ਜਿਹੜੀ ਕਰਨੀ ਪ੍ਰਧਾਨ ਹੈ ਗੁਰੂ ਘਰ ਦੇ ਵਿੱਚ, ਕਹਿੰਦੇ ਜਿਵੇਂ ਸੂਰਜ ਚੜ੍ਹਿਆ ਹੁੰਦਾ ਨਾ, ਉਹ ਛੁਪਦਾ ਨਹੀਂ, ਕਿਸੇ ਮਹਾਂਪੁਰਸ਼ ਦੀ ਕਰਨੀ ਛੁਪਾਇਆ ਛੁਪਦੀ ਨਹੀਂ। ਜਿਹਨੇ ਚੰਗੀ ਕਰਨੀ ਕਰ ਲਈ ਹੈ, ਆਪਣਾ ਜੀਵਨ ਗੁਰੂ ਦੇ ਮਤ ਅਨੁਸਾਰ ਢਾਲ ਲਿਆ ਹੈ, ਇਸ ਸੰਸਾਰ ਵਿੱਚ ਕੋਈ ਚੰਗੇ ਕੰਮ ਕਰ ਗਿਆ ਹੈ, ਉਸ ਬੰਦੇ ਦਾ ਪ੍ਰਤਾਪ ਸੂਰਜ ਦੀ ਤਰ੍ਹਾਂ ਚਮਕੇਗਾ। ਜਿਵੇਂ ਸੂਰਜ ਦੂਰੋਂ ਹੀ ਲਿਸ਼ਕਾਰੇ ਮਾਰਦਾ ਹੈ, ਸਾਰੀ ਦੁਨੀਆ 'ਚ ਪ੍ਰਕਾਸ਼ ਵੰਡਦਾ ਹੈ, ਕਰਨੀ ਵਾਲੇ ਮਹਾਂਪੁਰਸ਼ ਪੂਰੀ ਦੁਨੀਆ 'ਚ ਪ੍ਰਕਾਸ਼ ਵੰਡਦੇ ਹਨ। ਸੋ ਚੰਗੇ ਕੰਮ ਕਰਨ ਨੂੰ ਚੰਗੀ ਕਰਨੀ ਕਹਿੰਦੇ ਹਨ। ਮਹਾਰਾਜ ਕਹਿੰਦੇ ਜੇ ਤੁਸੀਂ ਇਹ ਇੱਦਾਂ ਦੀ ਅਧਿਆਤਮਿਕ ਸ਼ਰਾਬ ਪੀਣੀ ਹੈ, ਰੂਹਾਨੀਅਤ ਦਾ ਨਸ਼ਾ ਕਰਨਾ ਹੈ, ਤਾਂ ਸ਼ੁਭ ਕਰਨੀ ਦੀ ਲਾਹਣ ਪਾ ਲਓ। ਸੱਤ ਗੁੜ ਲਾਹਣ ਦੇ ਵਿੱਚ, ਨਸ਼ੇ ਦੇ ਵਿੱਚ ਬਣਾਉਣ ਵਾਸਤੇ ਗੁੜ ਵਿਸ਼ੇਸ਼ ਕਰਕੇ ਪਾਇਆ ਜਾਂਦਾ ਹੈ, ਅਤੇ ਫਿਰ ਉਹਨੂੰ ਮਟਕੇ 'ਚ ਪਾ ਕੇ ਦੱਬ ਛੱਡਦੇ ਨੇ, ਰੂੜੀ 'ਚ ਵੀ ਦੱਬ ਛੱਡਦੇ ਨੇ, ਤਾਂ ਕਿ ਉਹ ਗਰਮੀ ਦੇ ਨਾਲ ਜਿਹੜਾ ਹੈ ਅੰਦਰੇ ਉਹ ਭੜਾਸ ਮਾਰ ਜਾਵੇ। ਉਹਦੇ ਵਿੱਚੋਂ ਉਹ ਫਿਰ ਲਾਹਣ ਤਿਆਰ ਹੋ ਜਾਂਦੀ ਹੈ। ਉਹਨੂੰ ਫਿਰ ਭੱਠੀ ਉੱਤੇ ਬਣਾ ਕੇ ਉਹਦਾ ਜਿਹੜਾ ਤੱਤ ਜਿਹਾ ਕੱਢ ਲੈਂਦੇ ਆ, ਬਾਕੀ ਫੋਗ ਦਾ ਤਿਆਗ ਕਰ ਦਿੰਦੇ ਆ। ਕਹਿੰਦੇ ਸੱਤ ਦਾ ਸੱਚਾਈ ਦਾ ਗੁੜ ਧਾਰਨ ਕਰੀਏ। ਸੱਤ ਸ਼ੁਭ ਕਰਨੀ ਨੂੰ ਕਹਿੰਦੇ ਹੈ, ਜੋ ਸੱਤ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੁੜਨਾ। ਆਦ ਸੱਚ ਜੁਗਾਦ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ ਸੱਚ। ਪਰਮੇਸ਼ਰ ਪਰਮ ਸੱਚ ਹੈ, ਬਾਕੀ ਦੇ ਸੰਸਾਰ ਵਿੱਚ ਕੋਈ ਵਸਤੂ ਸੱਚ ਹੈ ਨਹੀਂ। ਅਸੀਂ ਜਿਹੜਾ ਬੋਲਣ ਵਾਲਾ ਸੱਚ ਕਹਿੰਦੇ ਹਾਂ, ਉਹ ਸਹਾਈ ਹੁੰਦਾ ਹੈ ਪਰਮਾਰਥ ਦੇ ਵਿੱਚ, ਕਿਉਂਕਿ ਝੂਠ ਬੋਲਣ ਨਾਲ ਅੰਤःਕਰਨ ਮਲੀਨ ਹੋ ਜਾਂਦਾ ਹੈ, ਸੱਚ ਬੋਲਣ ਨਾਲ ਅੰਤःਕਰਨ ਉਜਲਾ ਹੋ ਜਾਂਦਾ ਹੈ। ਇਸ ਕਰਕੇ ਸੱਚ ਬੋਲਣਾ ਚਾਹੀਏ, ਪਰ ਸੱਚ ਕੇਵਲ ਬੋਲਣ ਤੱਕ ਹੀ ਨਹੀਂ ਹੁੰਦਾ, ਸੱਚ ਅਨੁਭਵ ਕਰਨਾ ਹੈ ਵੀ ਵਾਸਤਵ ਵਿੱਚ ਇੱਥੇ ਸੱਚ ਕੀ ਹੈ। ਵਾਸਤਵ ਵਿੱਚ ਸੱਚ ਪਰਮੇਸ਼ਰੀ ਅਕਾਲ ਪੁਰਖ ਹੀ ਹੈ। ਸੋ ਉਸ ਅਕਾਲ ਪੁਰਖ ਸਤ ਸਰੂਪ ਦਾ ਅਨੁਭਵ ਇਹੀ ਗੁੜ ਪਾਇਆ ਹੈ। ਸੱਚ ਸਰਾ ਕਰ ਸਾਰ, ਸ੍ਰੇਸ਼ਟ ਜਿਹੜਾ
ਸੱਚ ਦੀ ਇਹ ਸ਼ਰਾਬ ਤਿਆਰ ਹੋ ਜਾਂਦੀ ਹੈ। ਫਿਰ ਜਦੋਂ ਸ਼ਰਾਬ ਤਿਆਰ ਹੋ ਜਾਂਦੀ ਹੈ, ਉਹਦੇ ਨਾਲ ਕੁਝ ਖਾਣਾ ਵੀ ਹੁੰਦਾ ਹੈ। ਕਈ ਫਿਰ ਮੰਡੇ ਬਣਾਉਂਦੇ ਹਨ, ਵੱਡੇ ਵੱਡੇ ਪ੍ਰਸ਼ਾਦੇ ਮੰਡੇ ਤਿਆਰ ਕਰਦੇ ਨੇ, ਘਿਓ ਵਗੈਰਾ ਪਾ ਕੇ ਮਾਸ ਰਿੰਨ੍ਹਦੇ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਗੁਣ ਮੰਡੇ ਕਰ ਸੀਲ ਘਿਓ। ਕਹਿੰਦੇ ਚੰਗੇ ਗੁਣਾਂ ਦੇ ਜਿਹੜੇ ਸਤ ਸੰਤੋਖ ਦਇਆ ਧਰਮ ਸੱਚ ਸੁੱਚ ਨੇਕੀ ਪਰਉਪਕਾਰ ਤਿਆਗ ਬੈਰਾਗ ਆਦਿਕ ਗੁਣ ਹਨ, ਉਹਨਾਂ ਦੇ ਪ੍ਰਸ਼ਾਦੇ ਬਣਾ ਲਓ, ਮੰਡੇ ਤਿਆਰ ਕਰ ਲਓ ਅਤੇ ਸੀਲ ਸੁਭਾਅ ਦਾ ਘਿਓ ਪਾ ਕੇ ਅਤੇ ਸਰਮ ਮਾਸ। ਕਹਿੰਦੇ ਜਿਹੜੀ ਨਾਮ ਜਪਣ ਦੀ ਮਿਹਨਤ ਹੈ, ਸਰਮ ਨਾਮ ਹੈ ਸਾਧ ਸੰਗਤ ਜੀ ਮਿਹਨਤ ਦਾ। ਨਾਮ ਜਪਣ ਲਈ ਵੀ ਮਿਹਨਤ ਕਰਨੀ ਪੈਂਦੀ ਹੈ, ਬੈਠਣਾ ਪੈਂਦਾ, ਅੰਮ੍ਰਿਤ ਵੇਲੇ ਉੱਠਣਾ ਪੈਂਦਾ, ਇਸ਼ਨਾਨ ਪਾਣ ਕਰਨਾ ਪੈਂਦਾ। ਮਨ ਵਿਸ਼ਿਆਂ ਵੱਲ ਜਾਂਦਾ, ਉਹਨੂੰ ਰੋਕ ਕੇ ਵਾਹਿਗੁਰੂ 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 ਜਪਣਾ ਪੈਂਦਾ ਹੈ। ਇਹ ਪਰਿਸ਼ਰਮ ਕਰੋ, ਇਹੀ ਤੁਹਾਡਾ ਮਾਸ ਹੈ, ਇਹੀ ਤੁਹਾਡਾ ਮੁਰਗਾ ਹੈ, ਇਹੀ ਤੁਹਾਡਾ ਬੱਕਰਾ ਹੈ। ਜੇ ਤੁਸੀਂ ਨਾਮ ਜਪ ਕੇ ਆਪਣੇ ਅੰਦਰੋਂ ਸਵਾਦ ਪ੍ਰਾਪਤ ਕਰ ਲਓ, ਇਹੀ ਮਾਸ ਖਾਣਾ ਹੈ। ਗੁਰਮੁਖ ਪਾਈਐ ਨਾਨਕਾ ਖਾਧੈ ਜਾਹੇ ਵਿਕਾਰ। ਮਹਾਰਾਜ ਕਹਿੰਦੇ ਗੁਰੂ ਦੇ ਮੁਖ ਤੋਂ ਉਪਦੇਸ਼ ਲੈ ਕੇ ਇਹ ਵਸਤੂ ਪ੍ਰਾਪਤ ਹੁੰਦੀ ਹੈ ਗੁਰਮੁਖ ਬਣ ਕੇ। ਇਸ ਨੂੰ ਖਾਣ ਦੇ ਨਾਲ, ਇਹ ਗੁਣਾਂ ਦੇ ਮੰਡੇ ਖਾਣ ਨਾਲ, ਸੀਲ ਦਾ ਘਿਓ ਖਾਣ ਨਾਲ, ਪਰਿਸ਼ਰਮ ਦਾ ਮਾਸ ਖਾਣ ਨਾਲ ਵਿਕਾਰ ਜਾਂਦੇ ਹਨ। ਦੂਜੇ ਪਾਸੇ ਸ਼ਰਾਬ ਪੀਣ ਨਾਲ, ਮਾਸ ਖਾਣ ਨਾਲ ਅਤੇ ਵਧੀਆ ਵਧੀਆ ਖਾਣੇ ਖਾਣ ਨਾਲ ਵਿਕਾਰ ਵੱਧਦੇ ਹਨ। ਕਿਉਂਕਿ ਵਿਕਾਰ ਕੀ ਹੈ? ਸਾਧ ਸੰਗਤ ਜੀ, ਜਿਵੇਂ ਦੁੱਧ ਦਾ ਘਿਓ ਬਣ ਗਿਆ ਬਦਲ ਬਦਲ ਕੇ, ਇਸੇ ਤਰ੍ਹਾਂ ਮਨ ਅੱਜ ਹੋਰ ਕੱਲ੍ਹ ਹੋਰ ਇਹਨਾਂ ਚੀਜ਼ਾਂ ਨਾਲ ਬਦਲਦਾ ਜਾਂਦਾ ਹੈ, ਕਿਤੇ ਟਿਕਦਾ ਨਹੀਂ। ਬੰਦਾ ਕਦੀ ਵੀ ਰੱਜਦਾ ਥੋੜ੍ਹਾ ਕਿਸੇ ਚੀਜ਼ ਨਾਲ। ਅੱਜ ਇੱਕ ਘੁੱਟ ਪੀਤੀ, ਜਦੋਂ ਸ਼ਰਾਬ ਪੀਣੀ ਸ਼ੁਰੂ ਕਰਦੇ ਹੈ ਉਦੋਂ ਤਾਂ ਐਵੇਂ ਕਹਿੰਦੇ ਆ ਮਾੜੀ ਜਿਹੀ ਬਸ ਛਿੱਟ ਜਿਹੀ ਲਾ ਲੈ। ਉਹ ਇੱਕ ਦੋ ਘੁੱਟ ਪਿਆਉਂਦੇ ਆ, ਉਹ ਫਿਰ ਉਹਨੂੰ ਬੰਦੇ ਨੂੰ ਸਰੂਰ ਜਿਹਾ ਆਉਂਦਾ। ਅਗਲੇ ਦਿਨ ਥੋੜ੍ਹਾ ਜਿਹਾ ਹੋਰ ਵਧਾ ਦਿੰਦਾ, ਅਗਲੇ ਦਿਨ ਹੋਰ ਪਊਏ 'ਤੇ ਪਹੁੰਚ ਗਿਆ, ਪਊਏ ਤੋਂ ਫਿਰ ਅਧੀਏ 'ਤੇ ਪਹੁੰਚ ਗਿਆ, ਅਧੀਏ ਤੋਂ ਸਬਰ ਥੋੜ੍ਹਾ ਆਇਆ, ਫਿਰ ਬੋਤਲਾਂ 'ਤੇ ਪਹੁੰਚ ਜਾਂਦਾ, ਫਿਰ ਆਪਣੀਆਂ ਹੱਡੀਆਂ ਗਾਲ ਕੇ ਮੜ੍ਹੀਆਂ 'ਚ ਜਾ ਕੇ ਸੌਂ ਜਾਂਦਾ। ਕੁਛ ਵੀ ਨਹੀਂ ਖਟਦਾ, ਵਿਕਾਰ ਵੱਧਦੇ ਹੈ। ਮਾਸ ਖਾਣ ਨਾਲ ਵੀ, ਸ਼ਰਾਬ ਪੀਣ ਨਾਲ ਵੀ ਇਹ ਸਾਧ ਸੰਗਤ ਜੀ ਸਵਾਦ ਰਸਨਾ ਦੇ ਵੱਧਦੇ ਜਾਂਦੇ ਆ। ਪਰ ਮਹਾਰਾਜ ਨੇ ਜਿਹੜਾ ਮਾਸ ਦੱਸਿਆ ਹੈ ਇੱਥੇ, ਜਿਹੜੀ ਸ਼ਰਾਬ ਇੱਥੇ ਦੱਸੀ ਹੈ, ਉਹ ਜਿਹੜੀ ਸੱਚੀ ਸ਼ਰਾਬ ਹੈ, ਕਰਨੀ ਲਾਹਣ ਸਤ ਗੁੜ ਸੱਚ ਸਰਾ ਕਰ ਸਾਰ, ਗੁਣ ਮੰਡੇ ਕਰ ਸੀਲ ਘਿਓ ਸਰਮ ਮਾਸ ਆਹਾਰ, ਗੁਰਮੁਖ ਪਾਈਐ ਨਾਨਕਾ ਖਾਧੈ ਜਾਹੇ ਵਿਕਾਰ। ਇਹਦੇ ਨਾਲ ਵਿਕਾਰ ਚਲੇ ਜਾਂਦੇ ਹਨ। ਮਰਦਾਨਾ ਪਹਿਲੇ ਪਾਤਸ਼ਾਹ ਜੀ ਭਾਈ ਮਰਦਾਨੇ ਪ੍ਰਥਾਏ ਸ਼ਬਦ ਉਚਾਰਨ ਕਰਦੇ ਨੇ। ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਧਾਤ। ਕਹਿੰਦੇ ਕਾਇਆ ਰੂਪੀ ਇਹ ਜਿਹੜੀ ਦੇਹੀ ਹੈ ਸਾਡੀ, ਇਹ ਲਾਹਣ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਹੋਰ ਨਜ਼ਰੀਏ ਤੋਂ ਹੋਰ ਤਰੀਕੇ ਨਾਲ ਸਮਝਾਉਂਦੇ ਹਨ। ਕਹਿੰਦੇ ਇਹ ਕਾਇਆ ਲਾਹਣ ਹੈ, ਵਿੱਚ ਜਿਹੜਾ ਆਪਾ ਭਾਵ ਹੰਕਾਰ ਹੈ ਉਹਦਾ ਮਦ ਹੈ, ਹਉਮੈ ਦੀ ਸ਼ਰਾਬ ਹੈ, ਹੰਕਾਰ ਦੀ ਸ਼ਰਾਬ। ਕਿਉਂਕਿ ਸਰੀਰ ਦਾ ਹੰਕਾਰ ਹੁੰਦਾ, ਮੈਂ ਬੜਾ ਸੋਹਣਾ ਹਾਂ, ਮੈਂ ਬੜਾ ਪਹਿਲਵਾਨ ਹਾਂ, ਮੇਰਾ ਸਰੀਰ ਬੜਾ ਰਿਸ਼ਟ ਪੁਸ਼ਟ ਹੈ। ਇਸ ਤਰ੍ਹਾਂ ਦੀ ਜਿਹੜੀ ਭਾਵਨਾ ਹੈ ਉਹ ਹੰਕਾਰ ਦੀ ਸ਼ਰਾਬ ਨੂੰ ਪੈਦਾ ਕਰਦੀ ਹੈ। ਮਜਲਸ ਤ੍ਰਿਸ਼ਨਾ ਧਾਤ, ਅਤੇ ਮਜਲਸ ਕਹਿੰਦੇ ਆ ਦੋਸਤਾਂ ਮਿੱਤਰਾਂ ਦੇ ਵਿੱਚ ਬਹਿ ਕੇ ਪੀਣਾ। ਆਮ ਤੌਰ 'ਤੇ ਦੇਖਿਆ ਜਾਂਦਾ ਲੋਕ ਇਕੱਲੇ ਵੀ ਪੀਂਦੇ ਆ, ਪਰ ਦੂਜਿਆਂ ਦੇ ਨਾਲ ਬਹਿ ਕੇ ਪੀਣਾ ਜ਼ਿਆਦਾ ਪਸੰਦ ਕਰਦੇ। ਦੋਸਤਾਂ ਮਿੱਤਰਾਂ ਨੂੰ ਕਹਿਣਗੇ ਆਪ ਅੱਜ ਪੀਵੀਏ ਬਹਿ ਕੇ, ਮੌਸਮ ਵਧੀਆ ਹੈ, ਕੋਈ ਪਾਰਟੀ ਸ਼ਾਰਟੀ ਕਰੀਏ। ਤਾਂ ਮਹਾਰਾਜ ਕਹਿੰਦੇ ਇਹ ਜਿਹੜੀ ਕਾਇਆ ਦੀ ਲਾਹਣ ਦੇ ਨਾਲ ਹੰਕਾਰ ਦੀ ਸ਼ਰਾਬ ਹੈ, ਇਹ ਕਿਹੜੀ ਮਜਲਿਸ 'ਚ ਪੀਤੀ ਜਾਂਦੀ ਹੈ? ਤ੍ਰਿਸ਼ਨਾ ਦੀ।
ਤ੍ਰਿਸ਼ਨਾ ਦੀ ਭੱਜ ਦੌੜ ਹੈ, ਉੱਧਰ ਜਾਈਏ, ਉਹ ਕਰੀਏ, ਧਾਤ ਨਾਮ ਹੈ ਦੌੜਨ ਦਾ। ਪਦਾਰਥਾਂ ਪਿੱਛੇ ਦੌੜਿਆ ਫਿਰਦਾ ਬੰਦਾ ਤ੍ਰਿਸ਼ਨਾਲੂ, ਅਤੇ ਆਪਣੇ ਆਪ ਦੇ ਆਪੇ ਦੀ ਸ਼ਰਾਬ ਹੰਕਾਰ ਦੀ ਪੀਂਦਾ ਹੈ। ਮਨਸਾ ਕਟੋਰੀ, ਮਨ ਦੀ ਜਿਹੜੀ ਸੂਖਸ਼ਮ ਬਿਰਤੀ ਹੁੰਦੀ ਹੈ ਉਹਨੂੰ ਮਨਸਾ ਕਹਿੰਦੇ ਹਨ। ਮਨਸਾ ਦੀ ਕਟੋਰੀ ਕੂੜ ਭਰੀ, ਅਤੇ ਕੂੜ ਦੇ ਨਾਲ, ਝੂਠ ਦੇ ਨਾਲ ਭਰੀ ਹੋਈ ਹੈ, ਕਿਉਂਕਿ ਕੂੜ ਤੋਂ ਬਿਨਾਂ ਇਹ ਸੰਸਾਰ ਦੇ ਵਿੱਚ ਵਿਹਾਰ ਜਿਹੜਾ ਹੈ ਮਨਸਾ ਆਸਾ ਤ੍ਰਿਸ਼ਨਾ ਦਾ ਚੱਲਦਾ ਨਹੀਂ। ਲੋਭ ਲਾਲਚ ਦੀ ਪੂਰਤੀ ਲਈ ਜਦੋਂ ਅਸੀਂ ਲੋਕਾਂ ਨੂੰ ਠੱਗਣਾ ਹੁੰਦਾ ਫਿਰ ਝੂਠ ਬੋਲਦੇ ਹਾਂ। ਝੂਠ ਬੋਲ ਕੇ ਬਹੁਤ ਸਾਰੇ ਪਦਾਰਥ ਇਕੱਠੇ ਕੀਤੇ ਜਾ ਸਕਦੇ ਨੇ, ਤ੍ਰਿਸ਼ਨਾ ਦੀ ਪੂਰਤੀ ਕੀਤੀ ਜਾ ਸਕਦੀ ਹੈ। ਇਸ ਕਰਕੇ ਕੂੜ ਭਰਨ ਵਾਲਾ ਹੈ, ਕੂੜ ਫਿਰੈ ਪ੍ਰਧਾਨ ਵੇ ਲਾ ਲਓ, ਪੀ ਲਾਏ ਜਮਕਾਲ, ਅਤੇ ਜਮਕਾਲ ਇਹ ਪਿਆਰ ਹੈ, ਭਾਵ ਹੌਲੇ ਹੌਲੇ ਸਵਾਸਾਂ ਦੀ ਡੋਰੀ ਨੂੰ ਕੱਟੀ ਜਾਂਦਾ ਹੈ। ਅਗਲਾ ਦਿਨ ਨੇੜੇ ਆ ਰਿਹਾ, ਮੌਤ ਨੇੜੇ ਆ ਰਹੀ ਹੈ। ਇਤ ਮਦ ਪੀਤੈ ਨਾਨਕਾ, ਬਹੁਤੇ ਖਟੀਐ ਵਿਕਾਰ। ਕਹਿੰਦੇ ਸ਼ਰਾਬ ਨੂੰ ਪੀਣ ਨਾਲ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਫਰਮਾਨ ਕਰਦੇ, ਭਾਈ ਮਰਦਾਨਾ ਜੀ, ਬਹੁਤੇ ਵਿਕਾਰ ਖੱਟ ਲਈਦੇ ਨੇ। ਅੰਦਰ ਬਹੁਤ ਸਾਰੀਆਂ ਬੰਦੇ ਦੇ ਬਿਰਤੀਆਂ ਦਾ ਖਿੰਡਾਓ ਪੈਦਾ ਹੋ ਜਾਂਦਾ ਹੈ, ਕਦੀ ਕੁਛ ਕਦੀ ਕੁਛ, ਇਹਦੇ ਖਿਆਲ ਬਦਲਦੇ ਰਹਿੰਦੇ ਨੇ, ਵਿਕਾਰੀ ਹੋ ਜਾਂਦਾ ਹੈ। ਗਿਆਨ ਗੁੜ ਸਾਲਾਹਾ ਮੰਡੇ, ਭਉ ਮਾਸ ਆਹਾਰ। ਹੁਣ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਗਿਆਨ ਦਾ ਗੁੜ ਅਤੇ ਸਲਾਹ ਪ੍ਰਸਿਫਤ ਸਲਾਘਾ ਦੇ ਪ੍ਰਸ਼ਾਦੇ ਬਣ ਜਾਣ, ਅਤੇ ਵਾਹਿਗੁਰੂ ਦੇ ਭਉ ਦਾ ਮਾਸ ਖਾ ਲਈਏ। ਗਿਆਨ ਗੁੜ, ਜੇ ਸ਼ਰਾਬ ਬਣਾਉਣੀ ਹੈ ਤਾਂ ਗਿਆਨ ਦਾ ਗੁੜ ਹੋਵੇ, ਅਤੇ ਸਿਫਤ ਸਲਾਹ ਵਾਹਿਗੁਰੂ ਦੀ ਕਰਨ ਦੇ ਇਹ ਪ੍ਰਸ਼ਾਦੇ ਮੰਡੇ ਹੋਣ, ਅਤੇ ਭਉ ਦਾ, ਵਾਹਿਗੁਰੂ ਦੇ ਭੈ ਦਾ ਮਾਸ, ਇਹਦਾ ਭੋਜਨ ਕਰੀਏ। ਨਾਨਕ ਇਹੋ ਭੋਜਨ ਸੱਚ ਹੈ, ਸੱਚ ਨਾਮ ਆਧਾਰ। ਇਹ ਭੋਜਨ ਸੱਚਾ ਹੈ, ਅਤੇ ਇਹ ਸੱਚੇ ਨਾਮ ਦੇ ਆਧਾਰ ਦੁਆਰਾ ਛਕਿਆ ਜਾਂਦਾ ਹੈ। ਕਾਇਆ ਲਾਹਣ ਆਪ ਮਦ, ਅੰਮ੍ਰਿਤ ਤਿਸ ਕੀ ਧਾਰ। ਹੁਣ ਮਹਾਰਾਜ ਕਹਿੰਦੇ ਦੂਸਰੇ ਨਜ਼ਰੀਏ ਤੋਂ, ਪਹਿਲਾਂ ਤਾਂ ਕਾਇਆ ਨੂੰ ਦੁਨਿਆਵੀ ਸ਼ਰਾਬ ਦੇ ਨਾਲ, ਦੁਨਿਆਵੀ ਲਾਹਣ ਦੇ ਨਾਲ ਜੋੜਿਆ ਸੀ, ਹੁਣ ਪਰਮਾਰਥੀ ਨਾਲ ਜੋੜਦੇ ਹਨ। ਕਹਿੰਦੇ ਹਨ ਕਾਇਆ ਲਾਹਣ, ਇਹ ਜਿਹੜੀ ਕਾਇਆ ਹੈ ਇਹ ਜਿੱਥੇ ਵਿਕਾਰਾਂ ਵਾਲੀ ਸ਼ਰਾਬ ਬਣਾਉਣ ਵਿੱਚ ਸਹਾਇਤਾ ਕਰ ਰਹੀ ਹੈ, ਉੱਥੇ ਪਰਮਾਰਥੀ ਸ਼ਰਾਬ ਵਿੱਚ ਵੀ ਇਹੀ ਲਾਹਣ ਬਣਦੀ ਹੈ। ਕਿਉਂਕਿ ਬਿਨਾਂ ਮਨੁੱਖਾ ਜਨਮ ਦੇ ਹੋਰ ਕਿਸੇ ਜਨਮ ਵਿੱਚ ਜੇ ਕੋਈ ਸਰੀਰ ਧਾਰੀ ਹੈ ਤਾਂ ਵੀ ਮਨੁੱਖ ਹੀ ਹੈ ਜਿਹੜਾ ਪਰਮਾਰਥ ਨੂੰ ਸਿੱਧ ਕਰ ਸਕਦਾ ਹੈ। ਪਸ਼ੂ ਪੰਛੀਆਂ ਕੋਲ ਇਤਨੀ ਔਕਾਤ ਨਹੀਂ ਹੈ, ਸਰੀਰ ਹੈ ਉਹਨਾਂ ਕੋਲ, ਦੇਵਤਿਆਂ ਕੋਲ ਸਰੀਰ ਨਹੀਂ ਹੈ, ਇਸ ਕਰਕੇ ਉਹ ਵੀ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਮਨੁੱਖ ਦੇਹੀ ਦੀ ਮਹਾਰਾਜ ਗੱਲ ਕਰਦੇ ਨੇ, ਅਸਲ ਵਿੱਚ ਇਹੀ ਇੱਕ ਸ਼੍ਰੇਸ਼ਟ ਸ਼ਰਾਬ ਬਣਾਉਣ ਵਾਲੀ ਲਾਹਣ ਹੈ। ਆਪ ਮਦ ਵਿੱਚ ਆਤਮਾ ਰੂਪੀ ਪਰਮਾਤਮਾ ਦੀ ਜੋਤ ਜੋ ਬਿਰਾਜਮਾਨ ਹੈ, ਉਹਦਾ ਸਰੂਰ ਹੈ, ਉਹਦਾ ਨਸ਼ਾ ਹੈ। ਅੰਮ੍ਰਿਤ ਤਿਸ ਕੀ ਧਾਰ, ਅਤੇ ਨਾਮ ਜਪਦਿਆਂ ਹੋਇਆਂ 10ਵੇਂ ਦੁਆਰ ਵਿੱਚ ਅੰਮ੍ਰਿਤ ਦੀ ਧਾਰ ਚੋਣ ਲੱਗ ਜਾਂਦੀ ਹੈ। ਸਤ ਸੰਗਤ ਸਿਉ ਮੇਲਾਪ ਹੋਏ, ਲਿਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਕਟਹਿ ਵਿਕਾਰ। ਜਿਸ ਬੰਦੇ ਦਾ ਸਾਧ ਸੰਗਤ ਨਾਲ ਮਿਲਾਪ ਹੋ ਜਾਂਦਾ ਹੈ, ਉਹਦੀ ਲਿਵ ਰੂਪੀ, ਸੁਰਤ ਰੂਪੀ ਕਟੋਰੀ ਅੰਮ੍ਰਿਤ ਨਾਮ ਨਾਲ ਭਰ ਜਾਂਦੀ ਹੈ। ਉਸ ਨੂੰ ਪੀ ਪੀ ਕੇ ਉਹਦੇ ਬਾਕੀ ਵਿਕਾਰ ਵੀ ਕੱਟੇ ਜਾਂਦੇ ਹਨ, ਅਤੇ ਉਹ ਨਿਰਵਿਕਾਰ ਹੋ ਕੇ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। ਇਹ ਪਵਿੱਤਰ ਪਾਵਨ ਬਚਨ ਗਰੀਬ ਨਵਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਪ੍ਰਥਾਏ ਉਚਾਰਨ ਕੀਤੇ ਹਨ। ਅੱਗੇ ਆਪ ਜੀ ਪ੍ਰੇਮ ਸਹਿਤ ਸਰਵਣ ਕਰੋਗੇ।
ਸੋ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸੋ ਸਾਧ ਸੰਗਤ ਜੀ, ਅੱਜ ਮਹਾਰਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸਤਿਕਾਰਯੋਗ ਮਾਤਾਵਾਂ, ਭੈਣਾਂ, ਬੀਬੀਆਂ ਦੇ ਜਥੇ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹਨ। 9 ਵਜੇ ਸਮਾਪਤੀ ਹੋਣੀ ਹੈ। ਸੰਗਤਾਂ ਨੂੰ ਬੇਨਤੀ ਹੈ, ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਗੁਰਪੁਰਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਜੀਵਨ ਸਫਲਾ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਰਿਵਾਰ ਭਰੀਆਂ ਸ਼ਬਦ ਗਾਵਣੇ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲ ਰੋ। ਤੂੰ ਮਨ ਮੇਰੇ ਦੁਖ ਸਭ ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ, ਦਿਸਦੇ ਹੈ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੇ ਅਨਹਦ ਤੂਰੇ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਜੀਓ। ਅਮਰੀਕ